ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਖੇਤੀ ਸੰਘਰਸ਼ ਜਿਹੜਾ ਚੱਲ ਰਿਹਾ ਹੈ, ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈ, ਲੰਬੇ ਸਮੇਂ ਤੋਂ ਇਹ ਚੱਲ ਰਿਹਾ ਹੈ। ਹਰ ਰੋਜ਼ ਕੋਈ ਨਾ ਕੋਈ ਇਹਦੇ ਵਿੱਚ ਅਪਡੇਟ ਆਉਂਦੀ ਰਹਿੰਦੀ ਹੈ। ਕੱਲ ਦਾ ਦਿਨ ਬੜਾ ਮੰਦਭਾਗਾ ਦਿਨ ਰਿਹਾ, ਜਿਸ ਦੇ ਵਿੱਚ ਸੰਤ ਬਾਬਾ ਰਾਮ ਸਿੰਘ ਕਰਨਾਲ ਵਾਲਿਆਂ ਨੇ ਆਤਮ ਹੱਤਿਆ ਕਰ ਲਈ ਔਰ ਇੱਕ ਲੈਟਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੇਰੇ ਤੋਂ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ, ਇਸ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ। ਉਸ ਤੋਂ ਬਾਅਦ ਜਿਹੜਾ ਰੋਹ ਹੈ ਖਾਸ ਤੌਰ ਤੇ ਸਿੱਖ ਸੰਗਤਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਬੜਾ ਮੰਨਦੇ ਸਨ, ਉਹਨਾਂ ਦੇ ਵਿੱਚ ਬੜਾ ਰੋਹ ਪਾਇਆ ਜਾ ਰਿਹਾ। ਪਰ ਫਿਲਹਾਲ ਸਥਿਤੀ ਜੇ ਕਹੀਏ ਤਾਂ ਬੜੀ ਕੰਟਰੋਲ ਦੇ ਵਿੱਚ ਹੈ। ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਗਿਆ। ਹੁਣ ਸਵਾਲ ਖੜਾ ਇਹ ਹੁੰਦਾ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਉਸ ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀਗੀਆਂ ਕਿ ਕੀ ਹੋਏਗਾ ਕੀ ਨਹੀਂ ਹੋਏਗਾ। ਇਹ ਸਾਡੇ ਕੋਲ 2 ਪੇਜਾਂ ਦੀ ਇਹ ਪੂਰੀ ਸੁਣਵਾਈ ਹੈ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਕੀ ਹੋਇਆ, ਕੀ ਗੱਲਾਂ ਹੋਈਆਂ, ਕਿਸ ਦੇ ਨਾਲ ਗੱਲਾਂ ਹੋਈਆਂ, ਇਹ ਸਾਰੀ ਡਿਟੇਲ ਤੁਹਾਨੂੰ ਦੱਸਣ ਲਈ ਆਏ ਹਾਂ ਸੌਖੇ ਸ਼ਬਦਾਂ ਦੇ ਵਿੱਚ, ਕਿਉਂਕਿ ਕਾਨੂੰਨੀ ਭਾਸ਼ਾ ਥੋੜੀ ਸਮਝਣੀ ਔਖੀ ਹੁੰਦੀ ਹੈ। ਸੌਖੇ ਸ਼ਬਦਾਂ 'ਚ ਤੁਹਾਨੂੰ ਸਮਝਾਵਾਂਗੇ ਕੀ ਗੱਲ ਕਿਸ ਨੇ ਕਹੀ ਹੈ, ਕਿੱਥੇ ਸਾਰੀਆਂ ਚੀਜ਼ਾਂ ਖੜੀਆਂ ਨੇ ਔਰ ਜੋ ਅੱਜ ਸੁਪਰੀਮ ਕੋਰਟ ਸੁਣਵਾਈ ਹੋਈ ਹੈ ਉਸ ਦਾ ਕਿਸਾਨੀ ਸੰਘਰਸ਼ ਤੇ ਜਾਂ ਖੇਤੀ ਬਿੱਲਾਂ ਤੇ ਕਿੰਨਾ ਕੁ ਅਸਰ ਪਵੇਗਾ। 2 ਚੀਜ਼ਾਂ ਤੁਹਾਨੂੰ ਵੱਡੀਆਂ ਦੱਸਦੇ ਹਾਂ ਕਿ ਅੱਜ ਜਿਹੜੀ ਸੁਣਵਾਈ ਹੋਈ ਹੈ, ਪਹਿਲਾਂ ਤਾਂ ਇਹ ਗੱਲ ਕਲੀਅਰ ਕਰ ਦਈਏ, ਜਿਹੜੀ ਇਹ ਸੁਣਵਾਈ ਹੋਈ ਹੈ ਇਹ ਪ੍ਰਦਰਸ਼ਨ ਤੇ ਹੋਈ ਹੈ, ਜਿਹੜਾ ਇਕੱਠ ਕੀਤਾ ਗਿਆ ਉਸ ਤੇ ਹੋਈ ਹੈ, ਨਾ ਕਿ ਖੇਤੀ ਬਿੱਲਾਂ ਤੇ ਹੋਈ ਹੈ। ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਅੱਜ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ। ਸਭ ਤੋਂ ਪਹਿਲਾਂ ਚੀਫ ਜਸਟਿਸ ਆਫ ਇੰਡੀਆ ਨੇ ਕੀ ਕਿਹਾ, ਨਵੇਂ ਖੇਤੀ ਕਾਨੂੰਨਾਂ ਦੀ ਮਿਆਦ ਅੱਜ ਤੈਅ ਨਹੀਂ ਕੀਤੀ ਜਾਏਗੀ, ਉਹਦੇ ਬਾਰੇ ਕੋਈ ਚਰਚਾ ਨਹੀਂ ਹੋਏਗੀ। ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਉਸ ਤੇ ਚਰਚਾ ਹੋਏਗੀ। ਦਰਅਸਲ ਕਿਸੇ ਨੇ, ਇੱਕ ਖਾਸ ਵਿਅਕਤੀ ਨੇ PIL ਪਾਈ ਸੀ ਕਿ ਰਾਹ ਖਾਲੀ ਕਰਾਏ ਜਾਣ, ਕੌਮੀ ਸ਼ਾਹਰਾਹ ਢਕੇ ਹੋਏ ਨੇ ਜਿਸ ਕਰਕੇ ਲੋਕਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ, ਉਸ ਨੂੰ ਖਾਲੀ ਕਰਾਇਆ ਜਾਵੇ। ਉਸ ਤੇ 2 ਦਿਨ ਸੁਣਵਾਈ ਹੋਈ, ਕੱਲ ਵੀ ਸੁਣਵਾਈ ਹੋਈ, ਅੱਜ ਵੀ ਸੁਣਵਾਈ ਹੋਈ। ਇਹ ਉਸੇ ਦਾ ਹੀ ਹਿੱਸਾ ਹੈ ਜੋ ਅੱਜ ਸੁਣਵਾਈ ਹੋਈ। ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਕੀ ਕਿਹਾ ਜਾਂਦਾ ਹੈ, ਦੇਸ਼ ਦੇ ਨਾਗਰਿਕਾਂ ਨੂੰ ਕਿਤੇ ਵੀ ਆਉਣ ਜਾਣ ਲਈ ਅੱਜ ਤੈਅ ਕਰਾਂਗੇ ਕਿ ਉਹ ਠੀਕ ਹੈ ਕਿ ਨਹੀਂ ਠੀਕ। ਇਹ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ। ਕੋਈ ਵੀ ਪ੍ਰਦਰਸ਼ਨ ਕਰਕੇ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਇਹ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ। ਇਧਰੋਂ ਸਰਕਾਰ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਨੇ, ਹਰੀਸ਼ ਸਾਲਵੇ, ਉਹਨਾਂ ਨੇ ਕਿਹਾ ਸੁਪਰੀਮ ਕੋਰਟ ਨੂੰ ਇਹ ਕਿਹਾ ਕਿ ਜਿਹੜੇ ਪ੍ਰਦਰਸ਼ਨ ਕਰਨ ਦੇ ਹੱਕ ਦੇ ਵਿੱਚ ਨੇ, ਵਿਰੋਧ ਦੇ ਅਧਿਕਾਰ ਨੂੰ ਜ਼ਿੰਦਗੀ ਦੇ ਅਧਿਕਾਰ ਦੇ ਨਾਲ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਜਿਹੜੇ ਖਾਣੇ ਦਾ ਰੇਟ ਵਧਣ ਨਾਲ ਦਿੱਲੀ ਦੇ 2 ਕਰੋੜ ਲੋਕਾਂ ਨੂੰ ਨੁਕਸਾਨ ਹੋਇਆ, ਉਸ ਦੀ ਭਰਪਾਈ ਕੌਣ ਕਰੇਗਾ। ਦਿੱਲੀ ਦੇ ਰਹਿਣ ਵਾਲੇ ਲੋਕਾਂ ਨੂੰ ਪ੍ਰਦਰਸ਼ਨ ਕਰਕੇ ਬਹੁਤ ਨੁਕਸਾਨ ਹੋਇਆ, ਕੋਰੋਨਾ ਦਾ ਖਤਰਾ ਵਧਿਆ, ਖੁੱਲ੍ਹ ਕੇ ਬੋਲਣ ਦੇ ਅਧਿਕਾਰ ਦੇ ਕਈ ਮਾਣਕ ਨੇ। ਇਹ ਸਰਕਾਰ ਦੇ, ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਸ ਧਰਨੇ ਪ੍ਰਦਰਸ਼ਨ ਕਰਕੇ ਦਿੱਲੀ ਦੀ 2 ਕਰੋੜ ਜਨਤਾ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਸਾਰੀਆਂ ਚੀਜ਼ਾਂ ਦੇ ਰੇਟ ਵੱਧ ਗਏ ਨੇ, ਕੋਰੋਨਾ ਦਾ ਖਤਰਾ ਵੱਧ ਗਿਆ, ਇਸ ਕਰਕੇ ਪ੍ਰਦਰਸ਼ਨ ਜਲਦੀ ਤੋਂ ਜਲਦੀ ਖਤਮ ਕਰਾਉਣਾ ਚਾਹੀਦਾ ਹੈ। ਇਹ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ। ਅੱਗੋਂ ਸੁਪਰੀਮ ਕੋਰਟ ਦੇ ਵਿੱਚ ਅੱਗੇ ਕੀ ਚੱਲਦਾ, ਸੁਪਰੀਮ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਤੇ ਹੋ ਰਹੀ ਸੁਣਵਾਈ ਦੌਰਾਨ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਉਹ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਨਹੀਂ ਸਕਦੇ। ਕਿਸਾਨ ਪ੍ਰਦਰਸ਼ਨ ਦੇ ਹੱਕ ਦੇ ਵਿੱਚ ਨੇ ਜਿਸ ਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ, ਪਰ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਪ੍ਰਦਰਸ਼ਨ ਕਰਨ ਦੇ ਤਰੀਕੇ ਤੇ ਗੌਰ ਜ਼ਰੂਰ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਪਹਿਲੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਇਹ ਰਾਈਟ ਹੈ ਕਿਸਾਨਾਂ ਦਾ ਕਿ ਉਹ ਪ੍ਰਦਰਸ਼ਨ ਕਰ ਸਕਦੇ ਨੇ, ਪਰ ਪ੍ਰਦਰਸ਼ਨ ਕਰਨ ਦੇ ਤਰੀਕੇ ਤੇ ਗੌਰ ਕੀਤਾ ਜਾ ਸਕਦਾ। ਉਸ ਤੋਂ ਬਾਅਦ ਹਰੀਸ਼ ਸਾਲਵੇ ਫਿਰ ਕਹਿੰਦੇ ਨੇ ਕਿ ਟੈਕਸ ਦਾਤਾ ਦੀ ਜਾਇਦਾਦ ਸੜ ਜਾਵੇ ਤਾਂ ਉਸ ਨੂੰ ਮੁਆਵਜ਼ਾ ਮਿਲੇਗਾ। ਇੱਕ ਖਦਸ਼ੇ ਪ੍ਰਗਟ ਕਰ ਰਹੇ ਨੇ ਕਿ ਜੇ ਵਾਇਲੈਂਟ ਹੋ ਗਿਆ, ਉੱਥੇ ਜੇ ਸਾੜ ਫੂਕ ਕਰ ਦਿੱਤੀ ਗਈ ਤਾਂ ਉਸ ਦੀ ਭਰਪਾਈ ਕੌਣ ਕਰੇਗਾ। ਅੱਗੇ ਕੀ ਕਹਿੰਦੇ ਨੇ, ਇਹ ਹਰੀਸ਼ ਸਾਲਵੇ ਕਹਿੰਦੇ ਨੇ ਪ੍ਰਦਰਸ਼ਨਕਾਰੀਆਂ ਨੂੰ ਬਾਅਦ ਦੇ ਵਿੱਚ ਅਲੋਪ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ। ਬਾਅਦ ਦੇ ਵਿੱਚ ਇਹ ਪ੍ਰਦਰਸ਼ਨਕਾਰੀ ਕਹਿਣਗੇ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਇਹ ਖਦਸ਼ੇ ਨੇ ਜਿਹੜੇ ਇਹ ਪ੍ਰਗਟਾਏ ਗਏ ਨੇ ਹਰੀਸ਼ ਸਾਲਵੇ ਕੇਂਦਰ ਸਰਕਾਰ ਦੇ ਵਕੀਲ ਵੱਲੋਂ। ਫਿਰ ਸੁਪਰੀਮ ਕੋਰਟ ਕੀ ਕਹਿ ਰਹੀ ਹੈ, ਸੁਪਰੀਮ ਕੋਰਟ ਜਵਾਬ ਦਿੰਦੀ ਹੈ ਸ਼ਾਂਤੀਪੂਰਵਕ ਪ੍ਰਦਰਸ਼ਨ ਤੇ ਪੁਲਿਸ ਬਲ ਪ੍ਰਯੋਗ ਨਹੀਂ ਕਰ ਸਕਦੇ। ਜਦ ਤੱਕ ਇਹ ਪ੍ਰਦਰਸ਼ਨ ਸ਼ਾਂਤੀਪੂਰਵਕ ਹੈ ਉਦੋਂ ਤੱਕ ਜਾਇਜ਼ ਹੈ, ਤੁਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ। ਉਸ ਤੋਂ ਬਾਅਦ ਇਹ ਕਹਿੰਦੇ ਨੇ, ਚੀਫ ਜਸਟਿਸ ਨੇ ਕੀ ਕਿਹਾ, ਦੋਵੇਂ ਪਾਰਟੀਆਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ। ਉਸ ਤੋਂ ਬਾਅਦ ਕਹਿੰਦੇ ਨੇ ਕਿ ਜਿਹੜਾ ਤੁਹਾਡਾ ਕੇਂਦਰ ਨਾਲ ਸਮਝੌਤਾ ਹੋਇਆ ਉਹ ਅਸਫਲ ਰਿਹਾ। ਕਿਸਾਨ ਭਾਈਚਾਰੇ ਤੇ ਕੇਂਦਰ ਦੀ ਗੱਲ ਕਰਦੇ ਨੇ, ਇਸ ਕਰਕੇ ਜਿਹੜੀ ਇੱਕ ਨਵੀਂ ਕਮੇਟੀ ਬਣਾਈ ਜਾਵੇ ਉਹ ਕਿਸਾਨਾਂ ਦੀ ਕਮੇਟੀ ਹੋਏਗੀ ਜਿਸ 'ਚ ਮਾਹਰ ਹੋਣੇ ਚਾਹੀਦੇ ਨੇ। ਇੱਕ ਵਾਰ ਫਿਰ ਤੋਂ ਉਹੀ ਗੱਲ ਦੁਹਰਾਈ ਜਿਹੜੀ ਕੱਲ ਦੁਹਰਾਈ ਗਈ ਸੀ, ਕਮੇਟੀ ਬਣਾਓ ਜਿਸ ਦੇ ਵਿੱਚ ਕਿਸਾਨ ਭਾਈਚਾਰਾ ਵੀ ਲਓ, ਜਿਸ ਦੇ ਵਿੱਚ ਮਾਹਰ ਵੀ ਲਓ, ਜਿਸ ਦੇ ਵਿੱਚ ਸਰਕਾਰ ਵੀ ਹੋਵੇ। ਇਹ ਸੁਪਰੀਮ ਕੋਰਟ ਨੇ ਫਿਰ ਤੋਂ ਕਿਹਾ। ਇਸ ਤੋਂ ਬਾਅਦ ਇਹ ਕਿਹਾ ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦਾ ਹੁਕਮ ਦਿੱਤਾ, ਉਹ ਕਮੇਟੀ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨਾਲ ਗੱਲ ਕਰੇਗੀ। ਕੇਂਦਰ ਨੇ ਕਿਹਾ ਕਿ ਕਿਸਾਨ ਜ਼ਿੱਦ ਤੇ ਅੜੇ ਹੋਏ ਨੇ, ਸੀਜੇ ਨੇ ਕਿਹਾ ਕਿ ਉਹ ਕਹਿੰਦੇ ਨੇ ਤੁਸੀਂ ਜ਼ਿੱਦ ਤੇ ਅੜੇ ਹੋਏ ਹੋ। ਜੋ ਕੇਂਦਰ ਸਰਕਾਰ ਦਾ ਵਕੀਲ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਕਹਿੰਦਾ ਕਿ ਕਿਸਾਨ ਜ਼ਿੱਦ ਤੇ ਅੜੇ ਹੋਏ ਨੇ, ਤੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਇਦਾਂ ਲੱਗਦਾ ਹੈ ਕਿ ਤੁਸੀਂ ਜ਼ਿੱਦ ਤੇ ਅੜੇ ਹੋਏ ਹੋ ਕਿਉਂਕਿ ਕਿਸਾਨ ਸਾਨੂੰ ਕਹਿੰਦੇ ਨੇ ਕਿ ਕੇਂਦਰ ਸਰਕਾਰ ਹੈ ਜਿਹੜੀ ਜ਼ਿੱਦ ਤੇ ਅੜੀ ਹੋਈ ਹੈ। ਦਿੱਲੀ ਸਰਕਾਰ ਦੇ ਵਕੀਲ ਨੇ ਸਾਰੇ ਸ਼ਹਿਰ ਦੀ ਨਾਕਾਬੰਦੀ ਤੋਂ ਇਨਕਾਰ ਕਰ ਦਿੱਤਾ। ਇਹ ਜਿਹੜੀਆਂ ਮੁੱਖ ਚੀਜ਼ਾਂ ਨੇ ਤੁਹਾਨੂੰ ਦੱਸ ਰਹੇ ਹਾਂ।
ਹੁਣ ਅੱਗੇ ਕੀ ਕਹਿੰਦੇ ਆ, ਅੱਗੇ ਕਹਿੰਦੇ ਨੇ ਹਾਂ, ਇਹ ਇੱਕ ਇੰਪੋਰਟੈਂਟ ਚੀਜ਼ ਬੜੀ ਸਹਿਜ ਤਰੀਕੇ ਨਾਲ ਸਮਝਣ ਦੀ ਲੋੜ ਹੈ, ਜਿਸ ਦੇ ਵਿੱਚ ਚੀਫ ਜਸਟਿਸ ਕਹਿੰਦੇ ਨੇ ਕਿ ਲੋਕਤੰਤਰ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਦੀ ਇਹ ਡਿਊਟੀ ਹੈ, ਇਹ ਮੰਨਣਾ ਪਏਗਾ। ਇਹ ਸਰਕਾਰ ਪੁਲਿਸ ਦੀ ਇੰਟੈਲੀਜੈਂਸ ਇਨਪੁਟਸ ਅਮਨ ਕਾਨੂੰਨ ਦੀ ਸਥਿਤੀ ਤੇ ਨਿਰਭਰ ਕਰਦਾ ਹੈ ਕਿ ਇਹਨਾਂ ਨੇ ਕੀ ਐਕਸ਼ਨ ਲੈਣਾ, ਕੀ ਨਹੀਂ ਐਕਸ਼ਨ ਲੈਣਾ। ਕਿਸੇ ਦੀ ਜਾਨ ਜਾਂ ਜਾਇਦਾਦ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦੇ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਇਹ ਵੀ ਕਿਹਾ, ਦਿੱਲੀ ਨੂੰ ਬਲੌਕ ਕਰਨ ਦੇ ਨਾਲ ਇੱਥੋਂ ਦੇ ਲੋਕ ਭੁੱਖੇ ਰਹਿ ਸਕਦੇ ਨੇ। ਤੁਹਾਡਾ ਮਕਸਦ ਗੱਲ ਕਰਕੇ ਹੀ ਪੂਰਾ ਹੋ ਸਕਦਾ ਹੈ, ਸਿਰਫ ਵਿਰੋਧ ਪ੍ਰਦਰਸ਼ਨ ਤੇ ਬੈਠਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਇਹ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਅਖੀਰ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਸਾਰੀਆਂ ਚੀਜ਼ਾਂ ਕਹੀਆਂ। ਇੱਕ ਭਾਰਤੀ ਕਿਸਾਨ ਯੂਨੀਅਨ ਅੱਜ ਇਸ ਮਸਲੇ ਦੇ ਵਿੱਚ ਪੇਸ਼ ਹੋਈ ਸੀ। ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਸਿੰਘੂ ਬਾਰਡਰ ਤੇ ਜਾਂ ਟਿਕਰੀ ਬਾਰਡਰ ਤੇ ਬੈਠੀਆਂ ਨੇ, ਉਹਨਾਂ ਦਾ ਕੋਈ ਵੀ ਨੁਮਾਇੰਦਾ ਅੱਜ ਸੁਪਰੀਮ ਕੋਰਟ ਦੇ ਵਿੱਚ ਨਹੀਂ ਗਿਆ, ਕੋਈ ਵੀ ਵਕੀਲ ਉਹਨਾਂ ਵੱਲੋਂ ਪੇਸ਼ ਨਹੀਂ ਹੋਇਆ। ਇੱਕ ਜਿਹੜੀ ਭਾਰਤੀ ਕਿਸਾਨ ਯੂਨੀਅਨ ਭਾਨੂ ਹੈ, ਉਹ ਇਹ ਕਹਿੰਦੇ ਨੇ ਕਿ ਇਹ ਖੇਤੀਬਾੜੀ ਦੇਸ਼ ਹੈ, ਬਹੁਪੱਖੀ ਕੰਪਨੀਆਂ ਵਾਲਾ ਮੁਲਕ ਨਹੀਂ ਹੈ, ਇਸ ਕਰਕੇ ਸਰਕਾਰ ਨੂੰ ਗੰਭੀਰਤਾ ਦੇ ਨਾਲ ਖੇਤੀਬਾੜੀ ਦੇ ਹਿੱਸੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਫਿਰ ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ਨੂੰ ਇਹ ਅਪੀਲ ਕੀਤੀ ਕਿ ਕੇਸ ਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ, ਇੱਕ ਵਿਰੋਧ ਤੇ ਦੂਜਾ ਕਾਨੂੰਨਾਂ ਦੀ ਮਿਆਦ। ਦਿੱਲੀ ਸਰਕਾਰ ਦਾ ਕਾਨੂੰਨ ਵਿਵਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਹਾਈ ਕੋਰਟ, ਇਹ ਹਰੀਸ਼ ਸਾਲਵੇ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ, ਉਹਦਾ ਅਮਨ ਕਾਨੂੰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਾਡੀ ਜ਼ਿੰਮੇਵਾਰੀ ਹੈ, ਇਹ ਅਸੀਂ ਤੈਅ ਕਰਾਂਗੇ ਕਿ ਅਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ। ਇਸ ਤੋਂ ਬਾਅਦ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਕਿਸਾਨ ਯੂਨੀਅਨ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਰੋਸ ਪ੍ਰਦਰਸ਼ਨ ਤੇ ਮੀਟਿੰਗ ਲਈ ਥਾਂ ਮੰਗੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਹਾਮੀ ਭਰਦੇ ਹਾਂ, ਤੁਸੀਂ ਥਾਂ ਕਿਉਂ ਨਹੀਂ ਦਿੱਤੀ, ਇਸ ਤੇ ਕੋਈ ਜਵਾਬ ਨਹੀਂ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਉਹ ਵੀ ਚਰਚਾ ਹੋਈ ਕਿ 1970 ਦੇ ਵਿੱਚ ਕਿਸਾਨ ਰੈਲੀ ਇੰਡੀਆ ਗੇਟ ਨੇੜੇ ਬੋਟ ਕਲੱਬ ਵਿਖੇ ਹੋਈ ਸੀ। ਇਹ ਕਿਹਾ ਗਿਆ ਕਿ ਸ਼ੁਕਰ ਹੈ ਉਹ ਸਭ ਕੁਝ ਠੀਕ ਰਿਹਾ, ਨਹੀਂ ਤਾਂ ਬਹੁਤ ਕੁਝ ਖਰਾਬ ਹੋ ਸਕਦਾ ਸੀਗਾ। ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਭਾਰਤੀ ਹੋਣ ਦੇ ਨਾਤੇ ਅਸੀਂ ਕਿਸਾਨ ਦੀ ਦੁਰਦਸ਼ਾ ਲਈ ਹਮਦਰਦ ਹਾਂ। ਇਹ ਸਾਰਾ ਕੁਝ ਸੁਪਰੀਮ ਕੋਰਟ ਕਹਿ ਰਹੀ ਹੈ, ਅਸੀਂ ਸਿਰਫ ਇਸ ਵਿਵਾਦ ਦਾ ਸੁਖਾਵਾਂ ਹੱਲ ਚਾਹੁੰਦੇ ਹਾਂ। ਇਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ, ਕਿਉਂਕਿ ਵੱਡੀ ਗੱਲ ਇਹ ਹੈ ਕਿ ਇੱਕ ਕਿਸਾਨ ਜਥੇਬੰਦੀ ਜਦੋਂ ਉੱਥੇ ਖੜੀ ਹੁੰਦੀ ਹੈ ਤਾਂ ਉਹਦੇ ਕਹਿਣ ਤੇ ਹੀ ਸਭ ਕੁਝ ਨਹੀਂ ਹੋ ਸਕਦਾ। ਇਹ ਵੀ ਕਿਹਾ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਭਾਨੂ ਹੈ ਜਿਹੜੀ, ਇਹ ਸਮੂਹ ਗੱਲਬਾਤ ਦਾ ਹਿੱਸਾ ਨਹੀਂ ਹੈ, ਕਿਉਂਕਿ ਇਹ ਉਹਨਾਂ ਦੇ ਵਿੱਚ ਕੇਂਦਰ ਸਰਕਾਰ ਜਦੋਂ ਬੁਲਾਉਂਦੀ ਰਹੀ ਹੈ ਤਾਂ ਇਹ ਕਿਸਾਨ ਜਥੇਬੰਦੀ ਹਿੱਸਾ ਨਹੀਂ ਬਣਦੀ ਰਹੀ, ਇਸ ਕਰਕੇ ਇਹਨੂੰ ਕੋਈ ਅਧਿਕਾਰ ਨਹੀਂ ਹੈ ਕਿਸਾਨਾਂ ਦੇ ਬਿਹਾਫ ਤੇ ਕੋਈ ਫੈਸਲਾ ਲੈ ਸਕੇ। ਅੰਤ ਦੇ ਵਿੱਚ ਇਹ ਕਹਿੰਦੇ ਨੇ, ਜੇ ਅਟਾਰਨੀ ਜਨਰਲ ਖੇਤੀ ਕਾਨੂੰਨਾਂ ਬਾਰੇ ਭਰੋਸਾ ਦਿੰਦਾ ਤਾਂ ਅਸੀਂ ਸੁਣਵਾਈ ਟਾਲ ਸਕਦੇ ਹਾਂ। ਇਹ ਇਸ ਪੂਰੇ ਨਿਚੋੜ, ਪੂਰਾ ਕਰਕਸ ਜਿਹੜਾ ਨਿਕਲਦਾ ਇਸੇ ਪੁਆਇੰਟ ਤੇ ਨਿਕਲਦਾ। ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਇਹ ਕਹਿੰਦੇ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਕਿਹਾ ਜਾਂਦਾ ਹੈ, ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਅਟਾਰਨੀ ਜਨਰਲ ਖੇਤੀ ਕਾਨੂੰਨਾਂ ਬਾਰੇ ਸਾਨੂੰ ਕੋਈ ਭਰੋਸਾ ਦਿੰਦੇ ਨੇ ਤਾਂ ਅਸੀਂ ਇਸ ਦੀ ਸੁਣਵਾਈ ਟਾਲ ਸਕਦੇ ਹਾਂ। ਅਟਾਰਨੀ ਜਨਰਲ ਅੱਗੋਂ ਕੀ ਕਹਿੰਦੇ ਨੇ, ਅਸੀਂ ਅਜਿਹਾ ਨਹੀਂ ਕਰ ਸਕਦੇ, ਨਹੀਂ ਤਾਂ ਕੋਈ ਵੀ ਕਿਸਾਨ ਰਜਿਸਟ੍ਰੇਸ਼ਨ ਲਈ ਅੱਗੇ ਨਹੀਂ ਆਏਗਾ। ਸੋ ਇਸ ਦੇ ਲਈ ਅਸੀਂ ਇਹ ਕਾਨੂੰਨ ਜਿਹੜੇ ਨੇ ਇਹਨਾਂ ਦੀ ਮਿਆਦ ਨੂੰ ਅੱਗੇ ਨਹੀਂ ਟਾਲ ਸਕਦੇ, ਕਿਉਂਕਿ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਜਿਹੜਾ ਕਿਸਾਨ ਹੈ ਨਹੀਂ ਆਏਗਾ। ਇਹ ਅਟਾਰਨੀ ਜਨਰਲ ਜਵਾਬ ਦਿੰਦੇ ਨੇ। ਫਿਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਕਿਸਾਨ ਯੂਨੀਅਨਾਂ ਨੂੰ ਕੇਸ ਦੇ ਵਿੱਚ ਸ਼ਾਮਲ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਸਪੈਸ਼ਲ ਬੈਂਚ ਕੇਸ ਦੀ ਸੁਣਵਾਈ ਕਰ ਸਕਦਾ ਹੈ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹੀ ਕੋਈ ਹੁਕਮ ਪਾਸ ਕੀਤਾ ਜਾ ਸਕਦਾ ਹੈ। ਅੰਤ ਦੇ ਵਿੱਚ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਦ ਤੱਕ ਸਾਰੀਆਂ ਧਿਰਾਂ ਨੂੰ ਨਹੀਂ ਸੁਣਿਆ ਜਾਂਦਾ ਤਦ ਤੱਕ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ। ਇੱਕ ਵੱਡੀ ਧਿਰ ਜਿਹੜੀ ਕਿਸਾਨੀ ਧਿਰ ਹੈ ਉਹ ਅੱਜ ਸੁਪਰੀਮ ਕੋਰਟ ਦੇ ਵਿੱਚ ਸ਼ਾਮਲ ਨਹੀਂ ਹੋਈ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਸ਼ਾਮਲ ਨਹੀਂ ਹੋਈ। ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਜਦ ਤੱਕ ਸੁਣਵਾਈ ਨਹੀਂ ਹੁੰਦੀ ਸਾਰੀਆਂ ਧਿਰਾਂ ਦੀ ਤਦ ਤੱਕ ਕੋਈ ਅੰਤਮ ਫੈਸਲਾ ਨਹੀਂ ਕੀਤਾ ਜਾ ਸਕਦਾ। ਇੱਕ ਗੱਲ ਸੁਪਰੀਮ ਕੋਰਟ ਨੇ ਜਿਹੜੀ ਸਭ ਤੋਂ ਵੱਡੀ ਕਹੀ ਹੈ ਕਿ ਇਹ ਉਹਨਾਂ ਦਾ ਜਮਹੂਰੀ ਹੱਕ ਹੈ ਪ੍ਰਦਰਸ਼ਨ ਕਰਨਾ, ਉਸ ਹੱਕ ਨੂੰ ਅਸੀਂ ਖੋ ਨਹੀਂ ਸਕਦੇ। ਜਦ ਤੱਕ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਿਹਾ, ਬਲ ਦਾ ਪ੍ਰਯੋਗ ਅਸੀਂ ਨਹੀਂ ਕਰ ਸਕਦੇ। ਔਰ ਨਾਲ ਹੀ ਗੱਲ ਇਹ ਵੀ ਕਹੀਏ ਕਿ ਪ੍ਰਦਰਸ਼ਨ ਕਰਨ ਦੇ ਤਰੀਕੇ ਤੇ ਅਸੀਂ ਗੌਰ ਜ਼ਰੂਰ ਕਰ ਸਕਦੇ ਹਾਂ, ਕਿਉਂਕਿ ਜੋ ਹਵਾਲਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਿ ਦਿੱਲੀ ਦੀ ਜਿਹੜੀ ਜਨਤਾ ਹੈ, 2 ਕਰੋੜ ਜਨਤਾ ਹੈ, ਉਹਨੂੰ ਬਹੁਤ ਦਿੱਕਤ ਆ ਰਹੀ ਹੈ ਇਸ ਪ੍ਰਦਰਸ਼ਨ ਕਰਕੇ, ਕਿਉਂਕਿ ਬਹੁਤ ਮਹਿੰਗਾਈ ਹੋ ਚੁੱਕੀ ਹੈ ਦਿੱਲੀ ਦੇ ਵਿੱਚ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰੁਕ ਗਈਆਂ ਨੇ, ਉਸ ਕਰਕੇ ਆਵਾਜਾਈ ਰੁਕਣ ਹੋਣ ਕਰਕੇ ਬਹੁਤ ਸਾਰੀ ਮਹਿੰਗਾਈ ਵੱਧ ਗਈ ਹੈ। ਇਸ ਕਰਕੇ ਜ਼ਰੂਰੀ ਹੈ ਕਿ ਇਸ ਪ੍ਰਦਰਸ਼ਨ ਨੂੰ ਖਤਮ ਕੀਤਾ ਜਾ ਸਕੇ। ਹੁਣ ਕਿਸਾਨ ਭਾਈਚਾਰੇ ਦੀ ਮੀਟਿੰਗ ਚੱਲ ਰਹੀ ਹੈ। ਕਿਸਾਨ ਭਾਈਚਾਰਾ ਤੈਅ ਕਰੇਗਾ ਕਿ ਹੁਣ ਉਹਨੇ ਅੱਗੇ ਕੀ ਕਰਨਾ ਕੀ ਨਹੀਂ ਕਰਨਾ। ਪਰ ਅੱਜ ਦੀ ਜਿਹੜੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਮੋਟੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸਾਨ ਭਾਈਚਾਰਾ ਸੁਪਰੀਮ ਕੋਰਟ ਦੇ ਵਿੱਚ ਨਹੀਂ ਗਿਆ, ਜਿਸ ਕਰਕੇ ਸੁਣਵਾਈ ਕਿਸੇ ਕੰਕਰੀਟ ਨਤੀਜੇ ਤੇ ਨਹੀਂ ਪਹੁੰਚ ਸਕੀ। ਫਿਲਹਾਲ ਉਹੀ ਗੱਲ ਜੋ ਪਹਿਲਾਂ ਕੇਂਦਰ ਕਰ ਰਿਹਾ ਸੀ, ਸੁਪਰੀਮ ਕੋਰਟ ਵੀ ਉਹੀ ਗੱਲ ਕਹਿ ਰਹੀ ਹੈ ਕਿ ਕਮੇਟੀ ਬਣਾਓ, ਕਮੇਟੀ ਤੈਅ ਕਰੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।